ਓਮ ਸ਼ਾਂਤੀ ਤੇ ਨਾਲੇ ਸਤਿ ਸ੍ਰੀ ਅਕਾਲ। ਅੱਜ ਕਰਤਾ ਪੁਰਖ 'ਚ ਤੁਹਾਡਾ ਸਵਾਗਤ ਹੈ। ਮਿੱਤਰੋ, ਸਾਡੇ ਜੀਵਨ ਤੋਂ ਬਹੁਤ ਸਾਰੇ ਪ੍ਰਸ਼ਨ ਆਉਂਦੇ ਆ, ਅਸੀਂ ਹੱਲ ਕਿੱਦਾਂ ਕਰਦੇ ਸਾਡੇ ਉੱਪਰ ਨਿਰਭਰ ਕਰਦਾ। ਕੁਝ ਪ੍ਰਸ਼ਨ ਇੱਦਾਂ ਹੁੰਦੇ ਜਿਹੜੇ ਅਸੀਂ ਹੱਲ ਨਹੀਂ ਕਰ ਸਕਦੇ, ਸਾਡੇ ਵਰਗੇ ਪ੍ਰਸ਼ਨ ਹੁੰਦੇ ਉਹ ਉਹਨਾਂ ਨੂੰ ਹੱਲ ਕਰ ਦਿੰਦੇ, ਉਹਨੂੰ ਬੋਲਦੇ ਅਨੁਭਵੀ ਵਿਅਕਤੀ। ਅੱਜ ਸਾਡੇ ਇਸ ਪ੍ਰਸ਼ਨ ਵਾਲੀ ਇਸ ਕਰਤਾ ਪੁਰਖ 'ਚ ਪਧਾਰੇ ਹਾਂ ਨਿਰਵੈਰ ਭਾਈ ਜੀ। ਆਈਏ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਨਾਲੇ ਉਹਨਾਂ 'ਤੇ ਪ੍ਰਸ਼ਨ ਪੁੱਛਦੇ ਹਾਂ ਕਿ ਕਿੱਦਾਂ ਅਸੀਂ ਆਪਣੇ ਜੀਵਨ 'ਚ ਬੈਲੈਂਸ ਲੈ ਕੇ ਆਉਂਦੇ ਹਾਂ। ਨਿਰਵੈਰ ਭਾਈ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਆ ਸਾਡੇ ਬਹੁਤ ਬਹੁਤ ਧੰਨਵਾਦ ਜੀ। ਮੈਨੂੰ ਬੜੀ ਖੁਸ਼ੀ ਹੈ ਕਿ ਹਫ਼ਤੇ ਤੋਂ ਬਾਅਦ ਫਿਰ ਅੱਜ ਸਭ ਭਾਈ ਭੈਣਾਂ ਨੂੰ ਮਿਲ ਰਹੇ ਹਾਂ। ਤੁਸੀਂ ਨਿਯਮਿਤ ਬਣਦੇ ਹੋ ਔਰ ਗਿਆਨ ਦੇ ਆਧਾਰ 'ਤੇ ਜਾਂ ਯੋਗ ਸਾਧਨਾ ਦੇ ਅਨੁਭਵ ਦੇ ਆਧਾਰ 'ਤੇ ਕੁਝ ਪ੍ਰਸ਼ਨ ਜ਼ਰੂਰ ਉੱਠਦੇ ਆ, ਪਰ ਹਰ ਪ੍ਰਸ਼ਨ ਦਾ ਉੱਤਰ ਵੀ ਜੀ ਅਵਸ਼ ਮਿਲ ਜਾਂਦਾ ਜੀ। ਬਿਲਕੁਲ ਜੀ। ਤੇ ਹੁਣ ਤੁਸੀਂ ਪੁੱਛੋ ਜੋ ਵੀ ਕੋਈ ਪ੍ਰਸ਼ਨ ਹੋਏ ਜੀ ਹਾਂਜੀ ਭਾਜੀ, ਇੱਕ ਕੁਐਸਚਨ ਇੱਦਾਂ ਆਇਆ ਸਾਡੇ ਮੇਲ 'ਚ। ਉਹ ਬੰਦਾ ਦਿੱਲੀ ਰਹਿੰਦਾ ਅਤੇ ਉਹ ਬੋਲਦਾ ਕਿ ਅੱਜ ਕੱਲ੍ਹ ਜਿਹੜੇ ਦੁਨੀਆ ਦੇ ਵਾਈਬ੍ਰੇਸ਼ਨ ਹੈ ਉਹ ਬੋਲਦਾ, ਅਤੇ ਨਾਲੇ ਮਾਇਆ ਜਿਹੜੀ ਸਾਡੇ ਵਰਗੋਂ ਆਉਂਦੀ, ਉਹ ਦੋਨਾਂ 'ਚ ਸੇਫ ਰਹਿਣੇ ਦਾ ਸਾਧਨ ਕੀ ਹੈ? ਅਸੀਂ ਜਦੋਂ ਸ਼ੁਰੂ 'ਚ ਗਿਆਨ ਲਿਆ ਸੀ ਜੀ, ਅਤੇ ਉਹਨਾਂ ਦਿਨਾਂ 'ਚ ਸਾਨੂੰ ਬ੍ਰਹਮਾ ਕੁਮਾਰੀ ਭੈਣਾਂ ਜੀ, ਇਸ ਸਵਾਲ ਦਾ ਜਵਾਬ ਸਾਨੂੰ ਕਿਸ ਤਰ੍ਹਾਂ ਦਿੰਦੇ ਸੀ ਜੀ, ਕਿ ਅਗਰ ਤੁਸੀਂ ਗਿਆਨ ਦੀ ਤਲਵਾਰ ਹੱਥ 'ਚ ਰੱਖਦੇ ਹੋ, ਯੋਗ ਦਾ ਕਵਚ ਪਹਿਨ ਕਰਕੇ ਰੱਖਦੇ ਹੋ, ਅਤੇ ਫਿਰ ਤੁਹਾਨੂੰ ਮਾਇਆ ਜਾਂ ਕੋਈ ਵੀ ਹੋਰ ਨੈਗੇਟਿਵ ਕੋਈ ਵੀ ਅਟੈਕ ਤੁਹਾਡੇ 'ਤੇ ਅਸਰ ਨਹੀਂ ਕਰੇਗਾ। ਅਤੇ ਇਸ ਕਰਕੇ ਸਭ ਭੈਣਾਂ ਨੂੰ, ਸਭ ਭਾਈਆਂ ਨੂੰ ਹੱਥ ਜੋੜ ਕੇ ਵੰਦਨਾ ਹੀ ਔਰ ਵਿਸ਼ੇਸ਼ ਰਿਕੁਐਸਟ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੇ ਜੀਵਨ 'ਚ ਸਦਾ ਤੰਦਰੁਸਤ ਰਹਿਣ ਵਾਸਤੇ ਸਵੇਰੇ ਸਵੇਰੇ ਨਹਾ ਧੋ ਕਰਕੇ ਫਰੈਸ਼ ਏਅਰ ਵਾਸਤੇ ਬਾਹਰ ਬਗੀਚੇ 'ਚ ਜਾਈਦਾ ਜੀ, ਥੋੜ੍ਹੀ ਐਕਸਰਸਾਈਜ਼ ਕਰੀ ਦੀ ਹੈ ਔਰ ਫਿਰ ਬ੍ਰੇਕਫਾਸਟ ਵਗੈਰਾ ਵੀ ਅੱਛੇ ਢੰਗ ਨਾਲ ਕਰੀਦਾ, ਅਤੇ ਉਹ ਹੈ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ। ਲੇਕਿਨ ਸਾਡੇ ਜੀਵਨ 'ਚ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਕੁਝ ਭਾਵਾਤਮਿਕ ਗੱਲਾਂ ਹੈਗੀਆਂ ਹੀ। ਇਮੋਸ਼ਨਲ ਸਾਈਡ 'ਚ ਥੋੜ੍ਹੀ ਇਹੋ ਜਿਹੀਆਂ ਗੱਲਾਂ ਅੱਜ ਕੱਲ੍ਹ ਆ ਰਹੀਆਂ ਹੀ ਕਿ ਥੋੜ੍ਹਾ ਬੱਚੇ ਵੀ ਜਾਂ ਵੱਡੇ ਵੀ ਐਕਸਟ੍ਰੀਮ 'ਚ ਚਲੇ ਜਾਂਦੇ ਆ ਔਰ ਉਹਦੇ 'ਚ ਬੜਾ ਨੁਕਸਾਨ ਹੋ ਜਾਂਦਾ ਜੀ। ਅਤੇ ਇਸ ਕਰਕੇ ਸਾਨੂੰ ਇਹ ਵਿਚਾਰ ਚਾਹੀਦਾ ਹੈ ਕਿ ਸਾਡਾ ਜਿਹੜਾ ਜੀਵਨ ਹੈ, ਜਿਹੜੀ ਸਾਡੀ ਜੀਵਨ ਦੀ ਦਿਨਚਰਿਆ ਹੈ, ਉਹ ਵੈਲ ਬੈਲੈਂਸਡ ਹੋਏ। ਅਤੇ ਜਿਸ ਤਰ੍ਹਾਂ ਸਾਨੂੰ ਸਰੀਰ ਨੂੰ ਤੰਦਰੁਸਤੀ ਦਾ ਖਿਆਲ ਹੈ, ਇਸੇ ਤਰ੍ਹਾਂ ਹੀ ਸਾਡੀ ਜਿਹੜੀ ਭਾਵਾਤਮਿਕ ਲਾਈਫ ਹੈ, ਜਿਹਨੂੰ ਇਮੋਸ਼ਨਲ ਲਾਈਫ ਕਿਹਾ ਜਾਂਦਾ ਹੈ, ਉਹਦੇ 'ਤੇ ਵੀ ਸਾਥ ਧਿਆਨ ਦੇਣਾ ਚਾਹੀਦਾ ਹੈ। ਆਪਣੇ ਪਰਿਵਾਰ ਦੇ ਸਦੱਸਿਆਂ ਨਾਲ, ਆਪਣੇ ਦੋਸਤਾਂ ਦੇ ਨਾਲ ਹਿਲ ਮਿਲ ਕਰਕੇ ਰਹਿਣਾ, ਹੱਸਦੇ ਬਹਿਲਦੇ ਰਹਿਣਾ। ਔਰ ਫਿਰ ਇਹਦੇ ਨਾਲ ਐਡੀਸ਼ਨਲ ਹੈਗੀ ਹੈ ਕਿ ਆਧਿਆਤਮਿਕ ਮੁੱਲ ਜਿਹੜੇ ਹੈ, ਆਧਿਆਤਮਿਕ ਗੱਲਾਂ ਜਿਹੜੀਆਂ ਹੈਗੀਆਂ, ਜਿਹਦੇ ਵਾਸਤੇ ਅਸੀਂ ਕਦੀ ਸੋਚਦੇ ਨਹੀਂ ਹਾਂ। ਹਾਲਾਂਕਿ ਹਿੰਦੁਸਤਾਨ 'ਚ
बहुत प्राचीन काल तो इतना अच्छा आध्यात्मिक ज्ञान का खजाना हैगा ही। गुरबाणी का जिस तरह खजाना आम तौर पर तुहानूं मिल सकता ही, लेकिन लोग इस गल नूं समझते ही नहीं है कि ये भी साडे जीवन च कोई ज़रूरी है। कदी कदी तो मैं बड़ा आश्चर्य मैनूं हुंदा ही जदों लोग कहंदे आ असीं इन्ने अजे साडी उम्र ये नहीं हैगी है, थोड़ी 60 साल ताईं असीं ये दुनिया च दुनियादारी दी गल्लां कर लई है, ਉਹ ਤੋਂ ਬਾਅਦ ਸੋਚਾਂਗੇ ਫਿਰ। ਤੇ ਤੁਸੀਂ ਸੋਚ ਸਕਦੇ ਹੋ 60 ਸਾਲ ਤੋਂ ਬਾਅਦ ਉਹ ਕਿਹਾ ਜਾਂਦਾ ਹੀ 60 ਤੇ ਲੱਗੇ ਲੱਠ, ਲਾਠੀ ਪਕੜ ਕਰਕੇ ਫਿਰ ਚੱਲਣਾ ਪੈਂਦਾ ਹੀ, ਕਰਕੇ ਅੱਜ ਕੱਲ੍ਹ ਨਹੀਂ ਹੈ ਇਸ ਤਰ੍ਹਾਂ। ਲੇਕਿਨ ਫਿਰ ਜੋ ਸਾਡੇ 'ਚ ਕੁਝ ਸਿੱਖਣ ਵਾਸਤੇ ਉਮੰਗ ਹੁੰਦਾ ਹੀ ਉਹ ਘਟ ਜਾਂਦਾ ਹੀ, ਵੋਰਨ ਆਊਟ ਹੋ ਜਾਂਦਾ ਹੀ। ਤੇ ਇਸ ਕਰਕੇ ਜਿਤਨਾ ਜਲਦੀ ਹੋ ਸਕੇ ਕਿ ਬੈਲੈਂਸਡ ਲਾਈਫ ਲੀਡ ਕਰਨੀ, ਉਹਦੇ ਵਾਸਤੇ ਫਿਜ਼ੀਕਲੀ ਵੀ ਫਿਟਨੈਸ ਚਾਹੀਦੀ ਹੈ, ਇਮੋਸ਼ਨਲੀ भी बहुत खुशनुमा जीवन चाहिए, और साथ साथ आध्यात्मिक ज्ञान और ਉਹਦੇ वास्ते सहज राज योग ਉਹਦੇ 'ਚ भी बड़ी रुचि चाहिए है। थोड़ा थोड़ा भी रोज़ कोई ਉਹਦਾ अध्ययन करेगा, ਉਹਦਾ प्रैक्टिस करेगा, तो तुसी देखो एक हफ्ते 'ਚ कितना फ़र्क पै जाना, एक महीने 'ਚ कितना फ़र्क पै जाना, एक साल 'ਚ कितना फ़र्क पै जाना ही। जीवन 'ਚ बहुत पॉजिटिविटी आ जाती है। जीवन का जिहड़ा लक्ष्य है वो बड़ा उच्चा बन जाता ही, और फिर ये नाल अपने दृष्टि का, अपने विरती का, अपने कर्मां का वो भी परिवर्तन हो जाता ही, क्योंकि ईश्वरी ज्ञान 'ਚ वो ताकत हैगी है कि मनुष्य नूं इतना श्रेष्ठ बना दिंदा है। तो श्रेष्ठ जीवन बनाउण वास्ते बहुत बहुत सहज राजयोग और सहज ज्ञान का थोड़ा थोड़ा रोज़ का थोड़ा थोड़ा अध्ययन करिए तो साडा जीवन बड़ा सुखी रह सकता। जी भाई जी बिल्कुल। भाजी बाबा मुरली च बोलते कि 1 सैकेंड 'ਚ ਸਾਨੂੰ ਤਿਆਰ ਹੋਣਾ, ਉਹ ਇੱਕ ਵੰਡਰਫੁਲ ਖੇਲ ਹੋਣਾ, ਤੇ ਉਹਦੇ ਪਾਸ ਵਿਦ ਓਨਰ ਹੋ ਸਕਦੇ ਅਸੀਂ। ਉਹ ਵੰਡਰਫੁਲ ਖੇਲ ਕਿਹੜਾ ਹੈ ਜਿਹਦੇ ਅਸੀਂ ਪਾਸ ਵਿਦ ਓਨਰ ਹੋ ਜਾਈਏ? ਇਹ ਹੁਣ ਸਾਨੂੰ ਪਤਾ ਹੀ ਕਿ ਇਹ ਜਿਹੜਾ ਸਾਡਾ ਜੀਵਨ ਹੈ ਜੀ, ਇਸ ਵੇਲੇ ਪੁਰਸ਼ੋਤਮ ਸੰਗਮ ਯੁੱਗ ਦਾ ਜੀਵਨ ਹੈ ਜੀ, ਔਰ ਪੁਰਸ਼ੋਤਮ ਸੰਗਮ ਯੁੱਗ ਦੀ ਜਿਹੜੀ ਟੋਟਲ ਲਿਮਿਟ ਹੈਗੀ ਹੈ वो 100 साल है, और 100 साल चो 84 साल ते बीत गए जी, 16 साल बाकी है। और ये 16 साल च पुरुषार्थ अगर कोई करता ही तो पुरुषार्थ करन नाल विजय हुंदी है। अगर पुरुषार्थ करते करते ਇਹੋ जी स्टेज ते आ जाते हैं कि जदों अंदरों फील हुंदा ही कि हुण टाइम आ गया, तो उस वेले होर कोई गल्लां नहीं ख्याल च आउंदियां। फिर एक ही गल आएगी बस, शिव बाबा, हाँ वाहेगुरु, और उस दे नाल पक्का हो जाता है कि मैं आत्मा, मेरा इस शरीर नाल हुण पार्ट पूरा हो गया, और हुण मैं शरीर तो न्यारा हो करके
ਔਰ ਸ਼ਿਵ ਬਾਬਾ ਦਾ, ਬ੍ਰਹਮਾ ਬਾਬਾ ਦਾ ਪਿਆਰਾ ਹੋ ਕੇ ਸੂਖਸ਼ਮ ਵਤਨ ਵਾਸੀ ਬਣ ਜਾਣਾ ਹੈ। ਫਿਰ ਬਾਬਾ ਅੱਗੇ ਜੋ ਸੇਵਾ ਕਰਾਏ ਉਹ ਉਹਨਾਂ ਦੇ ਉੱਪਰ ਹੈ, ਲੇਕਿਨ ਇਹੋ ਜਿਹੀ ਭਾਵਨਾ ਜਦੋਂ ਦਿਲ 'ਚ ਹੋਏਗੀ ਤੇ ਇੱਕ ਸੈਕਿੰਡ ਦਾ ਜਿਹੜਾ ਖੇਲ ਹੈ ਉਹਦੇ 'ਚ ਤੁਹਾਡੀ ਵਿਜੇ ਨਿਸ਼ਚਿਤ ਹੈ। ਹਾਂਜੀ ਜੀ, ਇੱਕ ਸ਼ਬਦ ਹੈ ਮਾਇਆ ਨੂੰ ਮੂਰਛਿਤ ਕਰਨੇ ਦਾ, ਉਹ ਕਿਹੜਾ ਸ਼ਬਦ ਹੈ? ਅਸੀਂ ਮਾਇਆ ਨੂੰ ਮੂਰਛਿਤ ਕਰ ਦਈਏ। ਮਾਇਆ ਨੂੰ ਮੂਰਛਿਤ ਕਰ ਦਈਏ ਜਾਂ ਮਾਇਆ ਤੁਹਾਨੂੰ ਮੂਰਛਿਤ ਕਰ ਦਿੰਦੀ ਹੈ? ਸਾਨੂੰ ਤਾਂ ਕਰਦੀ ਏ। ਤੁਹਾਨੂੰ ਵੀ ਕਰਦੀ ਹੈ। ਮਤਲਬ ਇਹ ਹੈ ਕਿ ਇਤਨਾ ਤੁਹਾਡੇ 'ਚ ਈਸ਼ਵਰੀ ਯਾਦ ਦਾ ਬਲ ਚਾਹੀਦਾ, ਯੋਗ ਦੀ ਸ਼ਕਤੀ ਚਾਹੀਦੀ ਹੈ, ਔਰ ਉਹਦੇ ਨਾਲ ਨਾਲ ਕਰਮਾਂ ਦੀ ਜਿਹੜੀ ਗਹਿਨ ਗਤੀ ਹੈ ਉਹਦਾ ਵੀ ਗਿਆਨ ਕਲੀਅਰ ਚਾਹੀਦਾ ਹੈ। ਅਸੀਂ ਜਾਣਦੇ ਹਾਂ ਮਾਇਆ ਨੂੰ ਕਹਿੰਦੇ ਆ ਮੋਹਿਨੀ ਹੈ, ਮਾਇਆ ਮੋਹਿਨੀ। ਤੇ ਉਹ ਬੜਾ ਮੋਹਿਨੀ ਰੂਪ ਲੈ ਕਰਕੇ ਆਉਂਦੀ ਹੈ ਸਾਹਮਣੇ, ਲੇਕਿਨ ਉਸ ਵੇਲੇ ਅਗਰ ਥੋੜਾ ਜਿਹਾ ਵੀ ਧਿਆਨ ਰਹੇ ਜੀ ਕਿ ਅਸੀਂ ਗਿਆਨੀ ਤੋਂ ਆਤਮਾ ਹੈਗੇ ਆ, ਅਸੀਂ ਯੋਗੀ ਤੋਂ ਆਤਮਾ ਹੈਗੇ ਆ, ਅਸੀਂ ਸ਼ਿਵ ਬਾਬਾ ਦੇ ਮੈਸੇਂਜਰ ਬੱਚੇ ਹੈਗੇ ਆ, ਇਹ ਜਦੋਂ ਤੁਹਾਨੂੰ ਸਿਮਰਤੀ ਰਹੇਗੀ ਤੇ ਸਿਮਰਤੀ ਸਰੂਪ 'ਚ ਰਹਿਣ ਕਰਕੇ ਮਾਇਆ ਦਾ ਹਰ ਰੂਪ ਤੁਸੀਂ ਪਹਿਚਾਨਣਗੇ ਔਰ ਉਹ ਤੋਂ ਸਾਵਧਾਨ ਰਹਿਣਗੇ, ਮਾਇਆ ਤੋਂ ਕਦੀ ਹਾਰ ਨਹੀਂ ਹੋਏਗੀ। ਉਹ ਇੱਕ ਸ਼ਬਦ ਮਾਇਆ ਨੂੰ ਮੂਰਛਿਤ ਕਰਨੇ ਵਾਲਾ। ਬਸ ਜੀ, ਅਸੀਂ ਬੋਲਦੇ ਅਸੀਂ ਯੋਗ ਲਗਾਉਂਦੇ, ਮਤਲਬ ਚਲਦੇ ਫਿਰਦੇ ਬਾਬਾ ਨੂੰ ਯਾਦ ਕਰਦੇ। ਹਾਂਜੀ, ਉਹ ਯੋਗ ਕਿੱਦਾਂ ਨਿਰੰਤਰ, ਬਿਲਕੁਲ ਇੱਕ ਪਲ ਵੀ, ਇੱਕ ਸੈਕਿੰਡ ਵੀ ਨਾ ਹਟੇ, ਨਿਰੰਤਰ ਯੋਗ ਲਗਾ ਰਹੇ, ਉਹਦਾ ਸਾਧਨ ਕੀ ਹੋ ਸਕਦਾ? ਕਿਆ ਇਹਦੀ ਗੱਲ ਹੈ ਜੋ ਉਹ ਅਸੀਂ ਆਪਣੇ ਮਨ 'ਚ, ਆਪਣੀ ਬੁੱਧੀ 'ਚ ਬਣਾ ਕੇ ਰੱਖੀਏ? ਸਾਖਸ਼ੀਪਨ ਇੱਕ ਸਾਡੀ ਰੋਜ਼ਮर्रा ਦੀ ਜਿਹੜੀ ਜੀਵਨ ਹੈ ਇਹਦੇ 'ਚ ਸਾਡੇ ਸਾਹਮਣੇ ਕਈ ਸੀਨਰੀ ਆਉਂਦੀ ਹੈ। ਜੀ, ਅਗਰ ਅਸੀਂ ਸਾਖਸ਼ੀਪਨ ਦਾ ਭਾਵ ਰੱਖਦੇ ਹਾਂ, ਸਭ ਕੁਝ ਦੇਖਦਿਆਂ ਹੋਇਆਂ ਵੀ ਅਸੀਂ ਡਿਟੈਚਡ ਰਹਾਂਗੇ, ਉਹਦੇ ਨਾਲ ਅਟੈਚਮੈਂਟ ਨਹੀਂ ਹੋਏਗੀ। ਇਸ ਕਰਕੇ ਹੀ ਬਾਬਾ ਬਾਰ-ਬਾਰ ਧਿਆਨ ਖਿਚਵਾਉਂਦਾ ਹੀ, ਬੱਚੇ ਨਿਰੰਤਰ ਸ਼ਿਵ ਬਾਬਾ ਨੂੰ ਯਾਦ ਕਰੋ, ਬੱਚੇ ਨਿਰੰਤਰ ਯਾਦ ਦੀ ਯਾਤਰਾ 'ਚ ਬਿਜ਼ੀ ਰਹੋ। ਤਾਂ ਉਹਦਾ ਹੋਰ ਕੋਈ ਕਾਰਨ ਨਹੀਂ ਕਿ ਜਿਤਨਾ ਤੁਸੀਂ ਸ਼ਿਵ ਬਾਬਾ ਦੇ ਨਾਲ ਮਨ ਲਗਾ ਕੇ ਰੱਖਣਗੇ ਉਤਨਾ ਤੁਹਾਡੀ ਵਿਰਤੀ ਜਿਹੜੀ ਹੈ ਉਹ ਉਪਰਾਮ ਰਹੇਗੀ। ਜੀ, ਔਰ ਉਪਰਾਮ ਵਿਰਤੀ ਵਾਲਾ ਕਦੀ ਵੀ ਇਹੋ ਜਿਹੀਆਂ ਗੱਲਾਂ 'ਚ ਨਹੀਂ ਫਸਦਾ ਜਿਹੜੀਆਂ ਸਾਡੇ ਆਧਿਆਤਮਿਕ ਪੁਰਸ਼ਾਰਥ 'ਚ ਵਿਘਨ ਰੂਪ ਬਣ ਜਾਣ। ਬਿਲਕੁਲ, ਇਹ ਬੜਾ ਧਿਆਨ ਰਹਿੰਦਾ ਹੈ। ਜੀ, ਇਹਦੇ ਕਰਕੇ ਬਾਬਾ ਕਹਿੰਦਾ ਆਪਣਾ ਚਾਰਟ ਲਿਖੋ, ਰੋਜ਼ ਦੀ ਡਾਇਰੀ ਲਿਖੋ। ਵੱਡੇ ਆਦਮੀ ਜਿਹੜੇ ਹੁੰਦੇ ਆ ਉਹ ਆਪਣੀ ਡਾਇਰੀ ਲਿਖਦੇ ਨੇ, ਜੀ, ਅੱਜ ਸਾਰਾ ਦਿਨ ਕੀ ਕੀਤਾ, ਕੀ ਸੇਵਾ ਕੀਤੀ, ਕਿੰਨਾ ਸ਼ਿਵ ਬਾਬਾ ਨੂੰ ਯਾਦ ਕੀਤਾ, ਕਿਸੇ ਨਾਲ ਕੋਈ ਗਲਤ ਨਹੀਂ ਹੋਈ, ਅਣਬਣਤ ਨਹੀਂ ਹੋ ਗਈ। ਔਰ ਫਿਰ ਅੱਜ ਦੀ ਸਾਰੀਆਂ ਗੱਲਾਂ ਨੂੰ ਦੇਖਦਿਆਂ ਹੋਇਆਂ ਕੱਲ੍ਹ ਅੱਜ ਤੋਂ ਅੱਛਾ ਹੋਏ, ਉਹਦਾ ਧਿਆਨ ਰੱਖਦਿਆਂ ਹੋਇਆਂ ਫਿਰ ਕੁਛ ਆਪਣੇ ਮਨ 'ਚ ਦ੍ਰਿੜ ਸੰਕਲਪ ਕੀਤੇ ਜਾਂਦੇ ਆ ਕਿ ਬੀਤੀ ਸੋ ਬੀਤੀ, ਲੇਕਿਨ ਅੱਜ ਤੋਂ ਮੈਂ ਧਿਆਨ ਰੱਖਾਂਗਾ ਜੀ, ਕਿ ਮੈਂ ਇਹੋ ਜਿਹਾ ਕੋਈ ਸੰਕਲਪ ਨਾ ਕਰਾਂ ਜਾਂ ਇਹੋ ਜਿਹਾ ਕੋਈ
ਸ਼ਬਦ ਨਾ ਬੋਲਾਂ ਜਿਹੜਾ ਕਿ ਮੇਰੀ ਜਿਹੜੀ ਸ਼ਾਨ ਹੈ, ਮੇਰੀ ਜਿਹੜੀ ਇੱਜ਼ਤ ਹੈ, ਉਹਦੇ ਖਿਲਾਫ ਹੈ ਕਿਉਂਕਿ ਅਸੀਂ ਈਸ਼ਵਰੀ ਸੇਵਾ 'ਚ ਨਿਮਿਤ ਹੈਗੇ। ਜੀ ਜਿਸ ਤਰ੍ਹਾਂ ਸ਼ਿਵ ਬਾਬਾ ਔਰ ਬ੍ਰਹਮਾ ਬਾਬਾ ਬੱਚਿਆਂ ਦੇ ਵਾਸਤੇ ਕਹਿੰਦੇ ਆਈ ਐਮ ਯੋਰ ਮੋਸਟ ਓਬੀਡੀਐਂਟ ਸਰਵੈਂਟ ਫਾਦਰ। ਜੀ ਜੀ ਤੇ ਬੱਚੇ ਦੁਨੀਆ ਦੀ ਸੇਵਾ ਵਾਸਤੇ ਨਿਮਿਤ ਹੈਗੇ ਆ। ਤੇ ਸੇਵਾ ਦਾ ਮਤਲਬ ਹੀ ਹੈ ਕਿ ਜਿਸ ਨੂੰ ਵੀ ਤੁਸੀਂ ਗਿਆਨ ਦੀ ਕੋਈ ਗੱਲ ਸੁਣਾਉਣਗੇ ਹੋ ਜਾਂ ਥੋੜ੍ਹਾ ਯੋਗ ਯੁਕਤ ਹੋ ਕੇ ਦ੍ਰਿਸ਼ਟੀ ਦੇਣਗੇ ਹੋ, ਉਸ ਆਤਮਾ ਨੂੰ ਬਾਬਾ ਦੀ ਆਸ਼ੀਰਵਾਦ ਮਿਲੇ, ਬਾਬਾ ਦੀ ਸ਼ਕਤੀ ਮਿਲੇ, ਬਾਬਾ ਦਾ ਗਿਆਨ ਉਹਨਾਂ ਦੇ ਮਨ 'ਤੇ ਕੁਝ ਅਸਰ ਕਰੇ। ਜਦੋਂ ਇਹੋ ਜਿਹੀ ਭਾਵਨਾ ਨਾਲ ਤੁਸੀਂ ਸੇਵਾ ਕਰਨਗੇ ਤੇ ਦੇਖੋ ਉਹਦੀ ਰਿਜ਼ਲਟ ਕਿਤਨੀ ਅੱਛੀ ਮਿਲਦੀ ਹੈ। ਜੀ ਭਾਜੀ, ਇੱਕ ਮਾਤਾ ਹੈ, ਉਹ ਨੰਗਲ 'ਤੇ ਹੈ, ਪੰਜਾਬ ਨੰਗਲ 'ਤੇ। ਉਹ ਬੋਲਦੇ ਕਿ ਜਿੱਦਾਂ ਤੁਸੀਂ ਪਿਛਲੇ ਕੁਝ ਐਪੀਸੋਡ 'ਚ ਬੋਲਿਆ ਤਾਂ ਕਿ ਅੰਮ੍ਰਿਤ ਵੇਲਾ ਸ਼ਕਤੀਸ਼ਾਲੀ ਹੋਣਾ ਚਾਹੀਦਾ ਸਾਡੇ ਮਤਲਬ ਆਪਣੀ ਸਥਿਤੀ ਵਾਸਤੇ। ਉਹ ਬੋਲਦੀ ਅੰਮ੍ਰਿਤ ਵੇਲਾ ਦਾ ਪਰਫੈਕਟ ਟਾਈਮ ਕੀ ਹੈ? ਕੋਈ ਬੋਲਦੇ 2 ਵਜੇ ਤਾਂ ਕੋਈ ਬੋਲਦੇ 3 ਵਜੇ, ਕੋਈ ਬੋਲਦੇ 4:30 ਵਜੇ ਜਾਂ 3:30 ਵਜੇ। ਪਰਫੈਕਟ ਟਾਈਮ ਮੈਂ ਅੰਮ੍ਰਿਤ ਵੇਲਾ ਕਿਸ ਟਾਈਮ ਕਰਾਂ? ਮੈਂ 4 ਤੋਂ 5। 4 ਤੋਂ 5। ਔਰ ਸ਼ਕਤੀਸ਼ਾਲੀ ਕਿੱਦਾਂ ਬਣਾਵਾਂ ਮੈਂ? ਕਿਆ ਮੰਥਨ ਕਰਾਂ ਉਸ ਵਾਸਤੇ? ਉਸ ਵੇਲੇ ਆਹਿਸਤਾ ਆਹਿਸਤਾ ਪਹਿਲੇ ਆਪਣੇ ਆਪ ਨੂੰ ਯਾਦ ਦਿਲਾਉਣਾ ਪੈਂਦਾ ਹੈ ਕਿ ਮੈਂ ਆਤਮਾ, ਪਵਿੱਤਰ ਆਤਮਾ, ਪਾਵਨ ਆਤਮਾ, शिव बाबा ਦੀ ਸੰਤਾਨ ਹੈ। शिव बाबा भी परम धाम निवासी है, मैं भी परम धाम निवासी, ਤੇ ਮੈਂ ਸਰਵ ਸ਼ਕਤੀਵਾਨ शिव बाबा ਦੇ ਬਹੁਤ ਬਹੁਤ ਸਮੀਪ ਜਾ ਕਰਕੇ ਔਰ ਉਹਨਾਂ ਦੇ ਨਾਲ ਦਿਲੀ ਦਿਲ 'ਚ ਬੜੇ ਪਿਆਰ ਨਾਲ ਗੱਲ ਕਰਦਿਆਂ ਕਿ ਬਾਬਾ ਅੰਮ੍ਰਿਤ ਵੇਲੇ ਦਾ ਸਮੇਂ ਹੈ, ਤੁਹਾਡੀ ਆਗਿਆ ਦੇ ਅਨੁਸਾਰ ਮੈਂ ਦੇਹ ਤੋਂ ਨਿਆਰੀ ਹੋ ਕਰਕੇ ਆਤਮਾ ਰੂਪ 'ਚ ਤੁਹਾਡੇ ਕੋਲ ਪਹੁੰਚ ਗਈ ਔਰ ਹੁਣ ਤੁਹਾਡੇ ਨੇੜੇ ਆਪਣਾ ਮਨ ਪੂਰਾ ਲਗਾ ਕਰਕੇ ਸਾਰੀ ਸ਼ਕਤੀ ਤੁਹਾਡੇ ਕੋਲੋਂ ਲੈ ਕਰਕੇ ਮੈਂ ਆਤਮਾ ਆਪਣੇ ਆਪ ਨੂੰ ਮਾਸਟਰ ਸਰਵ ਸ਼ਕਤੀਵਾਨ ਬਣਾਵਾਂਗੀ। ਮੈਂ ਆਤਮਾ ਸ਼ਕਤੀ ਸਰੂਪ, ਆਪ ਸਰਵ ਸ਼ਕਤੀਵਾਨ, ਮੈਂ ਤੁਹਾਡੀ ਸੰਤਾਨ, ਉੱਚੇ ਤੋਂ ਉੱਚੇ ਬਾਪ ਦੀ ਸੰਤਾਨ, मैं आत्मा भी मास्टर सर्वशक्तिवान है। इतना सोच करके तुसी शांत अपने मन ਨੂੰ ਟਿਕਾ ਦਿਓ ਔਰ ਅੰਦਰੋਂ ਅੰਦਰੋਂ ਆਪਣੇ ਤੀਸਰੇ ਨੇਤਰ ਨਾਲ ਉਹ ਦੇਖਦੇ ਰਹੋ ਕਿ ਤੁਸੀਂ ਕਿਸ ਤਰ੍ਹਾਂ ਜੋਤੀ ਸਰੂਪ शिव बाबा ਦੇ ਬਿਲਕੁਲ ਪਾਸ ਜੋਤੀ ਸਰੂਪ ਹੋ ਕਰਕੇ ਆਤਮਾ ਰੂਪ 'ਚ ਵਿਰਾਜਮਾਨ ਹੋ ਔਰ ਬਾਬਾ ਦੀ ਜਿਤਨੀ ਕਿਰਨਾਂ ਹੈਗੀਆਂ ਉਹ ਤੁਹਾਡੇ 'ਤੇ ਪੈਂਦੀਆਂ ਹੀ ਤੁਹਾਨੂੰ ਵੀ ਆਪ ਸਮਾਨ ਬਣਾ ਰਹੀਆਂ ਹੀ। ਇਹ ਥੋੜ੍ਹਾ ਜਿਹਾ ਅਨੁਭਵ ਹੈ। ਅਗਰ ਤੁਸੀਂ ਇਸ ਨੂੰ ਦਿਲੀ ਦਿਲ 'ਚ ਫਿਰ ਬਾਅਦ 'ਚ ਐਪਰੀਸ਼ੀਏਟ ਕਰੋ ਵੀ ਇਹ ਇਤਨਾ ਸਹਿਜ ਔਰ ਇਤਨਾ ਅੱਛਾ ਅਨੁਭਵ, ਬਾਬਾ ਨੂੰ ਥੈਂਕਸ ਦਿੰਦੇ ਆ, ਬਾਬਾ ਇਤਨਾ ਪਿਆਰ ਦਿੰਦੇ ਨੇ, ਇਤਨੀ ਸ਼ਕਤੀ ਦਿੰਦੇ ਆ, ਅਤੇ ਤੁਹਾਡਾ ਉਹ ਹੋਰ ਵੱਧ ਜਾਏਗਾ, ਤੁਹਾਡੀ ਸ਼ਕਤੀ ਹੋਰ ਵੱਧ ਜਾਏਗੀ। ਔਰ ਇਸ ਤਰੀਕੇ ਦੇ ਨਾਲ ਤੁਹਾਡਾ ਮਨ शिव बाबा ਦੇ ਨਾਲ ਲਗਾਤਾਰ ਕਾਫੀ ਟਾਈਮ ਤੱਕ ਲੱਗਿਆ ਰਹਿ ਸਕਦਾ ਹੈ। ਔਰ ਉਸ ਵੇਲੇ ਇੱਕ ਲਕਸ਼ ਚਾਹੀਦਾ ਕਿ ਮੈਂ ਮਹਿਸੂਸ ਕਰਾਂ शिव बाबा ਦਾ ਸੰਗ ਦਾ ਰੰਗ ਕਿਸ ਤਰ੍ਹਾਂ ਮੇਰੇ ਉੱਪਰ ਚੜ੍ਹਦਾ ਹੈ। ਉਹਦਾ ਥੋੜ੍ਹਾ ਜਿਹਾ ਇੰਟਰਸਟ ਲਓ, ਦਿਲਚਸਪੀ ਰੱਖੋ, ਅਤੇ ਤੁਸੀਂ ਦੇਖਣਗੇ ਕਿ ਤੁਹਾਡੇ ਆਤਮਾ ਦਾ ਜਿਹੜਾ ਕੋਈ
छोटा मोटा हिसाब किताब है वो भस्म हो जाएगा और आत्मा बिल्कुल उज्जवल सच्चा हीरा ਇਹੋ ਜਿਹੀ ਦੇਖਣ ਚਾਹੇਗੀ ਔਰ ਬਹੁਤ ਸਾਰੀ ਲਾਈਟ ਔਰ ਮਾਈਟ ਤੁਹਾਨੂੰ ਖੁਦ ਵੀ ਫੀਲ ਹੋਏਗੀ, ਦੂਸਰਿਆਂ ਨੂੰ ਵੀ ਉਹਦਾ ਲਾਭ ਮਿਲੇਗਾ। ਇਹ ਭਾਜੀ ਜੋਧਪੁਰ ਤੇ ਇੱਕ ਨੇਵੀ 'ਚ ਇੱਕ ਭਾਈ ਹੈ ਵਿਜੇ जोधपुर से, तो उन्होंने ਤੁਹਾਡਾ अनुभव सुनिया था, तो बोलते कि मैं भी नेवी च है, पर ज्ञान दे थोड़ा मंथन करके थोड़ा मुरली सुन के योग करके तो मैनू ਜਿਹੜੇ नेवी च मांस मच्छी या मदिरा खाना पैंदा, तो मैं वो सब चीज़ों ते दूर रहना चाहता। तो भाई जी भी नेवी च थे, तो उन्होंने अपने आप को इन चीज़ों ते कितना दूर रखा ताकि मैं भी ये सब चीज़ों ते दूर रह सकां। एक सब तो बड़ी अच्छी गल है इंडियन नेवी च कि उत्थे सानू चॉइस मिलता ही, असी वैजीटेरियन रहना चाहुंदे हैं या नॉन वैजीटेरियन खाना खाना चाहुंदे हैं। वैजीटेरियन भोजन जिहड़ा ही उहदे च दूध दही और वेजिटेबल्स या दाल वो सब चीज़, राइस, डबल रोटी या परौंठे वो सब मिल जाते हैं। उहदे वास्ते थोड़ा अपने मन च एक थोड़ा सोचना पैंदा ही कि ये जिहड़ी कहावत है जैसा अन्न वैसा मन, तो अन्न अगर साडा सात्विक है तो वो सानू बहुत मदद करता है। अगर असी मांस मच्छी अंडे और फिर उहदे नाल शराब भी मिला देती तो फिर तुसी ईश्वरी ज्ञान और योग उपरों जान लैणगे, उहदी एप्लीकेशन करनी बड़ी मुश्किल होएगी, ठीक तरह उन्होंने अपने जीवन च अप्लाई नहीं कर सकणगे। अगर तुसी ईश्वरी ज्ञान और सहज राजयोग का अभ्यास करके और अपने जीवन च सच्ची शांति और ईश्वरी आनंद वो अनुभव करना ही, तो फिर तो थोड़ा जिहा त्याग करना पैंदा है। अपनी जीवन नूं सात्विक बनाना ज़रूरी है और सात्विक जीवन च सात्विक भोजन चाहिए। इस करके ज़्यादा मेहनत नहीं है, बहुत सहज है, क्योंकि चॉइस है। तुसी वेजिटेरियन खाना चाहते हो वो भी भोजन उत्थे मिलता ही, और अगर नॉन वेजिटेरियन खाना चाहते हो तो वो भी उत्थे मिलता ही। तो सब तो अच्छा ही कि तुसी एक बार अपने आप नाल डायलॉग कर लो कि मैनू चाहिदा की है, क्योंकि ये विवेकानंद जी दे भी कुछ इहो जिहियां किताबां च असीं पढ़िया सी और अनुभव भी कीता ही कि कोई भी जानवर है गया, बकरी है या बकरा है या होर कोई जिहदा मांस असी खावांगे, तो जो उस जानवर दे ओरिजिनल अपने संस्कार हैगे है, उस अनुसार उन्हां दा मांस भी ओही तुहानू भी मन नू ओही फीड करेगा। क्यों? तुसी देख लो, कोई भी जानवर शांति नाल कदी खड़ा नहीं हुंदा, इधर उधर इस तरह हिलते ही रहंदे आ। तो ये सब तो वड्डी गल ये है कि ये साडा हिंदुस्तान च रहन वाले और खासकर जिहड़े हुण ज्ञान योग सीख रहे हैं, उन्हां दी बैकग्राउंड दे काफ़ी गहराई च जाईदा ही, तो असल च ते देवी देवता धर्म दे हैगे है, जिहदा नाम बाद च हिंदू धर्म पिया ही। ते देवी देवता धर्म वाले
ਕਦੀ ਤੁਸੀਂ ਦੇਖਣਗੇ ਹੋ ਸ੍ਰੀ ਲక్ష్ਮੀ ਨਾਰਾਇਣ ਦੇ ਮੰਦਿਰ 'ਚ ਜਾਂ ਰਾਧੇ ਕ੍ਰਿਸ਼ਨ ਦੇ ਮੰਦਿਰ 'ਚ ਕਦੀ ਵੀ ਨੌਨ ਵੈਜੀਟੇਰੀਅਨ ਭੋਜਨ ਦਾ ਭੋਗ ਨਹੀਂ ਲੱਗਦਾ, ਕਦੀ ਵੀ ਤਾਮਸਿਕ ਚੀਜ਼ਾਂ ਦਾ ਭੋਗ ਨਹੀਂ ਲੱਗਦਾ, ਕਦੀ ਵੀ ਉੱਥੇ ਸ਼ਰਾਬ ਔਰ ਇਹੋ ਜਿਹੀਆਂ ਚੀਜ਼ਾਂ ਦਾ ਭੋਗ ਨਹੀਂ ਲੱਗਦਾ। ਇਹ ਪੱਕਾ ਤੁਸੀਂ ਮੰਨ ਕੇ ਚਲੋ। ਅਤੇ ਜੇ ਤੁਸੀਂ ਆਪਣੇ ਜੀਵਨ 'ਚ ਸੱਚਾ ਸੁੱਖ ਔਰ ਸ਼ਾਂਤੀ ਦਾ ਅਨੁਭਵ ਕਰਨਾ ਹੀ, ਅਤੇ ਇਹ ਇੰਟੋਕਸੀਕੈਂਟਸ ਨੂੰ ਵੀ ਅਵੋਇਡ ਕਰਨਾ ਪਏਗਾ ਔਰ ਇਹਦੇ ਨਾਲ ਨਾਲ ਜਿਹੜੀ ਤਾਮਸਿਕ ਚੀਜ਼ਾਂ ਹੀ ਉਹਨਾਂ ਨੂੰ ਵੀ ਤਿਆਗ ਕਰਨਾ ਪਏਗਾ। ਸਟ੍ਰਿਕਟ ਵੈਜੀਟੇਰੀਅਨ, ਉਹਦੇ 'ਚ ਦੁੱਧ ਪੀ ਸਕਦੇ ਹੋ, ਦਹੀਂ ਖਾ ਸਕਦੇ ਹੋ ਔਰ ਦੁੱਧ ਦੀ ਬਣੀ ਹੋਈ ਮਿਠਾਈ ਖੂਬ ਅੱਛੀ ਤਰ੍ਹਾਂ ਖਾ ਸਕਦੇ ਹੋ, ਲੇਕਿਨ ਉਹਦੇ 'ਚ ਵੀ ਲਿਮਿਟ ਹੈ। ਉਮਰ ਦੇ ਨਾਲ ਜਦੋਂ ਉਮਰ ਵੱਧਦੀ ਹੈ ਅਤੇ ਸਰੀਰ 'ਚ ਫਿਰ ਜੋ ਵੀ ਅਸੀਂ ਖਾਂਦੇ ਹਾਂ ਉਸ ਨੂੰ ਅੱਛੀ ਤਰ੍ਹਾਂ ਹਜ਼ਮ ਕਰਨ ਦੀ ਤਾਕਤ ਨਹੀਂ ਰਹਿੰਦੀ ਔਰ ਇਸ ਕਰਕੇ ਫਿਰ ਲੋਕਾਂ ਦਾ ਕੋਲੈਸਟਰੋਲ ਵੱਧ ਜਾਂਦਾ ਹੀ। ਕੋਲੈਸਟਰੋਲ ਜਾ ਕਰਕੇ ਆਪਣੀ ਹਾਰਟ ਦੀਆਂ ਜਾਂ ਹੋਰ ਆਪਣੀ ਜਿਹੜੀਆਂ ਨਰਵਸ ਹੈਗੀਆਂ ਹੀ ਉਹਨਾਂ 'ਚ ਜਮ੍ਹਾਂ ਹੋ ਜਾਂਦਾ ਜੀ ਔਰ ਫਿਰ ਬਲੱਡ ਪ੍ਰੈਸ਼ਰ ਚੜ੍ਹਨਾ ਸ਼ੁਰੂ ਹੋ ਜਾਂਦਾ ਜੀ ਔਰ ਉਸ ਤੋਂ ਬਾਅਦ ਫਿਰ ਦਵਾਈਆਂ ਸ਼ੁਰੂ ਹੋ ਜਾਂਦੀਆਂ ਜੀ। 40 ਸਾਲ ਦੀ ਉਮਰ 'ਚ ਇੱਕ ਦਵਾਈ ਸ਼ੁਰੂ ਹੁੰਦੀ ਹੈ, 50 ਸਾਲ ਦੀ ਉਮਰ 'ਚ ਦੂਸਰੀ ਐਡ ਹੋ ਜਾਂਦੀ ਔਰ ਫਿਰ 60 ਸਾਲ ਦੀ ਉਮਰ 'ਚ ਤੀਸਰੀ ਐਡ ਹੋ ਜਾਂਦੀ, 70 ਸਾਲ ਦੀ ਉਮਰ 'ਚ ਚੌਥੀ ਐਡ ਹੋ ਜਾਂਦੀ ਔਰ ਉਸ ਤੋਂ ਬਾਅਦ ਤਾਂ ਫਿਰ ਸਾਰੀਆਂ ਹੀ ਇਕੱਠੀਆਂ ਲੈਣੀ ਪੈਂਦੀਆਂ। ਅਤੇ ਇਹ ਤੁਹਾਨੂੰ ਬੜਾ ਧਿਆਨ ਰੱਖਣਾ ਪਏਗਾ ਕਿ ਤੁਸੀਂ ਹੈਲਦੀ ਲਾਈਫ ਜੀਣਾ ਚਾਹੁੰਦੇ ਹੋ, ਸਿਰਫ ਇੱਕ ਦਿਨ ਜਾਂ ਇੱਕ ਹਫ਼ਤੇ ਦੀ ਗੱਲ ਨਹੀਂ ਹੈ। ਅਤੇ ਹੈਲਦੀ ਲਾਈਫ ਵਾਸਤੇ ਤੁਹਾਡਾ ਲਾਈਫ ਸਟਾਈਲ ਬਹੁਤ ਸਟ੍ਰਿਕਟ ਵੈਜੀਟੇਰੀਅਨ ਦਾ ਅਗਰ ਹੋ ਸਕਦਾ ਹੀ ਤਾਂ ਬਹੁਤ ਹੀ ਅੱਛਾ ਹੈ। ਉਹ ਤਰਮਰਾ ਮਾंस ਵਗੈਰਾ ਦੇਖ ਕਰਕੇ ਲਾਲਚ ਨਹੀਂ ਆਉਣਾ ਚਾਹੀਦਾ, ਇਹ ਖਿਆਲ ਰੱਖਣਾ। ਓਮ ਸ਼ਾਂਤੀ। ਜੀ ਭਾਜੀ, ਤੁਸੀਂ ਸਾਡੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਤੁਸੀਂ ਇਸ ਪ੍ਰੋਗਰਾਮ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ।